बहुत ही प्यारे बच्चों, बेटा अक्सर तुसी रात ਨੂੰ आसमान ਦਾ ਨਜ਼ਾਰਾ ਦੇਖਿਆ ਹੋਊਗਾ ਜਿਸ ਵਿੱਚ ਤੁਹਾਨੂੰ ਇੱਕ ਚੰਦਰਮਾ, ਬਹੁਤ ਸਾਰੇ ਤਾਰੇ, ਲੱਖਾਂ ਕਰੋੜਾਂ ਅਣਗਿਣਤ ਛੋਟੇ ਵੱਡੇ ਤਾਰੇ ਆਸਮਾਨ ਵਿੱਚ ਟਿਮਟਿਮਾਉਂਦੇ ਦਿਖਾਈ ਦਿੰਦੇ ਨੇ। ਇਹ ਅਕਸਰ ਅਸੀਂ ਰਾਤ ਨੂੰ ਜਦੋਂ ਉੱਪਰ ਆਸਮਾਨ ਕੰਨੀ ਨੂੰ ਝਾਕਦੇ ਹਾਂ ਤਾਂ ਇਹ ਸੀਨ, ਇਹ ਦ੍ਰਿਸ਼ ਸਾਡੀ ਅੱਖਾਂ ਦੇ ਸਾਹਮਣੇ ਆਉਂਦਾ ਹੈ ਵੀ ਆਸਮਾਨ ਪੂਰਾ ਤਾਰਿਆਂ ਨਾਲ ਭਰਿਆ ਹੋਇਆ, ਟਿਮਟਿਮਾਉਂਦੇ, ਜਿਵੇਂ ਇੱਕ ਕਾਲੀ ਚਾਦਰ ਦੇ ਉੱਤੇ ਸੋਹਣੇ ਸੋਹਣੇ ਮੋਤੀ ਚਿਣੇ ਹੋਣ, ਉਸ ਤਰ੍ਹਾਂ ਦਾ ਸੀਨ ਸਾਨੂੰ ਅਕਸਰ ਰਾਤ ਨੂੰ ਦਿਖਾਈ ਦਿੰਦਾ। ਸੋ ਇਹ ਤਾਰੇ ਜੇ ਅਸੀਂ ਇਹਨਾਂ ਨੂੰ ਧਿਆਨ ਨਾਲ ਦੇਖੀਏ ਤਾਂ ਇੰਝ ਲੱਗਦਾ ਹੈ ਜਿਵੇਂ ਇਹ ਮੂਵ ਕਰਦੇ ਹੋਣ, ਤੁਰਦੇ ਫਿਰਦੇ ਹੋਣ। ਕੁਝ ਤਾਰੇ ਟਿਮਟਿਮਾਉਂਦੇ ਨੇ, ਕੁਝਾਂ ਦੀ ਪ੍ਰਕਾਸ਼ ਹੁੰਦਾ ਹੈ, ਕੁਝਾਂ ਦੀ ਲਾਈਟ ਹੁੰਦੀ ਹੈ। ਦੇਖੋ ਹੈ ਨਾ, ਦਿਖਦੇ ਵੀ ਕੋਈ ਵੱਧ ਚਮਕੀਲਾ ਹੁੰਦਾ, ਕੋਈ ਘੱਟ ਚਮਕੀਲਾ ਹੁੰਦਾ। ਇੰਝ ਲੱਗਦਾ ਹੈ ਜਿਵੇਂ ਆਸਮਾਨ ਦੇ ਵਿੱਚ ਇਹ ਮੂਵ ਕਰ ਰਹੇ ਹਨ, ਹੈ ਨਾ। ਆ ਦੇਖੋ, ਇਹ ਸਾਰੇ ਤਾਰੇ ਇਸ ਤਰ੍ਹਾਂ ਦਿਖਾਈ ਦਿੰਦੇ ਨੇ ਜਿਨ੍ਹਾਂ ਦੀ ਲਾਈਟ ਨਾਲ ਇੰਨੇ ਸੋਹਣੇ ਸੋਹਣੇ ਹੀਰੇ ਜਵਾਹਰਾਤ ਲਾਈਕ ਇਹ ਆਸਮਾਨ ਦੇ ਵਿੱਚ ਦਿਖਾਈ ਦਿੰਦੇ ਨੇ। ਜੇਕਰ ਅਸੀਂ ਪੁਲਾੜ ਦੇ ਵਿੱਚ ਜਾ ਕੇ ਸਾਡੀ ਧਰਤੀ ਨੂੰ ਵੀ ਦੇਖੀਏ, ਅਸੀਂ ਤਾਂ ਹੁਣ ਧਰਤੀ 'ਤੇ ਖੜ੍ਹੇ ਹਾਂ, ਜੇ ਆਸਮਾਨ ਦੇ ਵਿੱਚ ਜਾ ਕੇ ਜਾਂ ਕਿਸੇ ਚੰਦਰਮਾ ਦੇ ਉੱਤੇ ਜਾ ਕੇ ਜਾਂ ਕਿਸੇ ਹੋਰ ਆਸਮਾਨ ਦੇ ਵਿੱਚ, ਪੁਲਾੜ ਦੇ ਵਿੱਚ ਜਾ ਕੇ ਸਾਡੀ ਧਰਤੀ ਨੂੰ ਦੇਖੀਏ ਤਾਂ ਸਾਨੂੰ ਉਹ ਵੀ ਇਸ ਤਰ੍ਹਾਂ ਚਮਚਮਾਉਂਦੀ, ਟਿਮਟਿਮਾਉਂਦੀ ਤਾਰਿਆਂ ਵਾਂਗੂ ਹੀ ਦਿਖਾਈ ਦੇਵੇਗੀ, ਜਿਵੇਂ ਉਹ ਇੱਕ ਪ੍ਰਕਾਸ਼ ਦਾ ਸਰੋਤ ਹੋਵੇ। ਉਸੇ ਤਰ੍ਹਾਂ ਤੁਸੀਂ ਹਰ ਰੋਜ਼ ਸਵੇਰੇ ਸੂਰਜ ਨੂੰ ਚੜ੍ਹਦਾ ਹੋਇਆ ਦੇਖਦੇ ਹੋ, ਸ਼ਾਮ ਨੂੰ, ਰਾਤ ਨੂੰ ਅਸਤ ਹੁੰਦਾ ਹੋਇਆ ਦੇਖਦੇ ਹੋ। ਅਜਿਹੇ ਨਜ਼ਾਰੇ ਤੁਸੀਂ ਹਰ ਰੋਜ਼ ਪ੍ਰਤੀ ਦਿਨ ਆਪਣੀ ਲਾਈਫ ਦੇ ਵਿੱਚ ਦੇਖਦੇ ਹੋ ਤਾਂ ਮੈਨੂੰ ਉਮੀਦ ਹੈ ਵੀ ਤੁਹਾਡੇ ਮਨ ਦੇ ਵਿੱਚ ਇਹ ਜਿਗਿਆਸਾ, ਇਹ ਪ੍ਰਸ਼ਨ ਉੱਠਦੇ ਹੋਣਗੇ ਵੀ ਇਹ ਤਾਰੇ ਕਿੱਥੋਂ ਆਏ, ਸੂਰਜ ਕਿਵੇਂ ਰੋਜ਼ ਚੜ੍ਹਦਾ ਹੈ, ਫਿਰ 8-9 ਘੰਟਿਆਂ ਮਗਰੋਂ, 10 ਘੰਟਿਆਂ ਮਗਰੋਂ ਛੁਪ ਜਾਂਦਾ ਹੈ। ਸੋ ਇਸ ਤਰ੍ਹਾਂ ਦੇ ਕਈ ਪ੍ਰਸ਼ਨ ਤੁਹਾਡੇ ਦਿਮਾਗ ਦੇ ਵਿੱਚ ਆਉਣੇ ਚਾਹੀਦੇ ਨੇ ਜਾਂ ਆਉਂਦੇ ਹੋਣਗੇ। ਅੱਜ ਆਪਾਂ ਉਹਨਾਂ ਸਾਰੇ ਸਵਾਲਾਂ ਦਾ ਇੱਕ ਜਵਾਬ ਲੱਭਾਂਗੇ, ਉਹਨੂੰ ਜਵਾਬ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ। ਅਤੇ ਆਓ ਆਪਾਂ ਮਿਲਦੇ ਹਾਂ। ਮੈਂ ਤੁਹਾਡਾ ਆਪਣਾ ਪੰਕਜ ਗੋਇਲ, SS ਮਾਸਟਰ। ਸੋ ਬੇਟਾ, ਅੱਜ ਆਪਾਂ ਤੁਹਾਡੀ 6ਵੀਂ ਜਮਾਤ ਦੀ ਸਮਾਜਿਕ ਵਿਗਿਆਨ ਪੁਸਤਕ ਵਿੱਚੋਂ ਤੁਹਾਡਾ ਭੂਗੋਲ ਦਾ ਪਹਿਲਾ ਪਾਠ ਪ੍ਰਿਥਵੀ ਸੂਰਜੀ ਪਰਿਵਾਰ ਦਾ ਅੰਗ ਪੜ੍ਹਾਂਗੇ, ਉਸਨੂੰ ਸਮਝਾਂਗੇ ਅਤੇ ਤੁਹਾਡੇ ਮਨ ਦੇ ਵਿੱਚ ਜਿਹੜੇ ਆਸਮਾਨ ਨੂੰ, ਆਕਾਸ਼ ਨੂੰ, ਸੂਰਜ ਨੂੰ, ਤਾਰਿਆਂ ਨੂੰ, ਚੰਦਰਮਾ ਨੂੰ ਦੇਖ ਕੇ ਜੋ ਸਵਾਲ ਆਉਂਦੇ ਨੇ ਉਹਨਾਂ ਨੂੰ ਲੱਭਣ ਦੇ, ਉਹਨਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ। ਸੋ ਆਓ ਆਪਣਾ ਸ਼ੁਰੂ ਕਰਦੇ ਹਾਂ ਸਾਡਾ ਅੱਜ ਦਾ ਪਹਿਲਾ ਪਾਠ, ਧਰਤੀ ਸੂਰਜੀ ਪਰਿਵਾਰ ਦਾ ਅੰਗ। ਸੋ ਬੇਟਾ, ਧਿਆਨ ਨਾਲ ਪਿਕਚਰ ਨੂੰ ਦੇਖੋ। ਤੁਹਾਨੂੰ ਆਕਾਸ਼ ਵਿੱਚ ਇਸੇ ਤਰ੍ਹਾਂ ਹਰ ਰੋਜ਼ ਲੱਖਾਂ ਕਰੋੜਾਂ ਤਾਰੇ ਦਿਖਾਈ ਦਿੰਦੇ ਨੇ, ਮੂਵ ਕਰਦੇ ਦਿਖਾਈ ਦਿੰਦੇ ਨੇ। ਇੰਝ ਲੱਗਦੇ ਨੇ ਸਾਡੇ ਕੰਨੀ ਉਹ ਵੱਧਦੇ ਆ ਰਹੇ ਨੇ। ਇਹ ਸਾਰਾ ਆਕਾਸ਼, ਇਹ ਸਾਰਾ ਜਿਹਦੇ ਵਿੱਚ ਇਸ ਤਰ੍ਹਾਂ ਦੇ ਤਾਰੇ, ਧਰਤੀ, ਸੂਰਜ, ਧੂਮਕੇਤੂ ਜਾਂ ਹੋਰ ਗੈਸੀਆਂ ਪਿੰਡ ਹੁੰਦੇ ਨੇ, ਇਹਨਾਂ ਨੂੰ ਅਸੀਂ ਬ੍ਰਹਮੰਡ ਬੋਲਦੇ ਹਾਂ। ਸਾਡਾ ਸਾਰਾ ਆਲਾ ਦੁਆਲਾ, ਪ੍ਰਿਥਵੀ ਦੇ ਆਲੇ ਦੁਆਲਾ ਦੂਰ ਦੂਰ ਤੱਕ ਜਿੰਨਾ ਅਸੀਂ ਦੇਖ ਸਕਦੇ ਹਾਂ, ਇਹ ਸਾਰੇ ਨੂੰ ਬ੍ਰਹਮੰਡ ਬੋਲਦੇ ਨੇ। ਇੰਗਲਿਸ਼ ਦੇ ਵਿੱਚ ਯੂਨੀਵਰਸ ਬੋਲਦੇ ਨੇ। ਸੋ ਯੂਨੀਵਰਸ ਦੇ ਵਿੱਚ ਕੀ ਕੁਛ ਆ ਜਾਂਦਾ ਹੈ, ਬ੍ਰਹਮੰਡ ਦੇ ਵਿੱਚ ਕੀ ਕੁਛ ਆ ਜਾਂਦਾ ਹੈ। ਸੂਰਜ, ਗ੍ਰਹਿ, ਧਰਤੀ, ਚੰਨ ਅਤੇ ਨਿੱਕੇ ਵੱਡੇ ਤਾਰੇ, ਧੂੜ ਅਤੇ ਗੈਸਾਂ ਆਦਿ ਬ੍ਰਹਮੰਡ ਵਿੱਚ ਮੌਜੂਦ ਹਨ। ਸਾਡਾ ਜਿਹੜਾ ਵੱਡਾ ਸਾਰਾ ਬ੍ਰਹਮੰਡ ਹੈ ਇਹ ਅਨਿਸ਼ਚਿਤ ਹੈ, ਪਤਾ ਹੀ ਨਹੀਂ ਕਿੱਡਾ ਅਨੰਤ ਤੱਕ ਫੈਲਿਆ ਹੋਇਆ ਹੈ, ਜਿਸ ਦਾ ਸਿਰਾ, ਭਾਵ ਦੂਸਰਾ ਸਿਰਾ ਨਹੀਂ ਲੱਭਿਆ ਜਾ ਸਕਿਆ। ਇੰਨਾ ਵੱਡਾ ਅਨੰਤ ਤੱਕ ਫੈਲਿਆ ਹੋਇਆ ਇਹ ਸਾਡਾ ਬ੍ਰਹਮੰਡ ਹੈ। ਇਹ ਇੰਨਾ ਵੱਡਾ ਹੈ ਕਿ ਇਸ ਦੇ ਆਕਾਰ ਦਾ ਆਮ ਜਿਹਾ ਅੰਦਾਜ਼ਾ ਲਾਇਆ ਹੀ ਨਹੀਂ ਜਾ ਸਕਦਾ। ਸਾਨੂੰ ਇਹਦੇ ਸਾਈਜ਼ ਬਾਰੇ ਕੋਈ ਜਾਣਕਾਰੀ ਨਹੀਂ, ਬਸ ਇਹ ਅਨਿਸ਼ਚਿਤ ਜਾਂ ਅਨੰਤ ਤੱਕ ਇਹ ਬ੍ਰਹਮੰਡ ਫੈਲਿਆ ਹੋਇਆ ਹੈ। ਤੁਸੀਂ ਤਸਵੀਰ ਵੀ ਇਸ ਦੀ ਦੇਖ ਸਕਦੇ ਹੋ। ਸੋ ਇਹ ਹੈ ਸਾਡਾ ਬ੍ਰਹਮੰਡ। ਜੇ ਬ੍ਰਹਮੰਡ ਨੂੰ ਅਸੀਂ ਵੰਡ ਕੇ ਇੱਕ ਚਾਰਟ ਦੇ ਰੂਪ ਦੇ ਵਿੱਚ ਪੜ੍ਹਨਾ ਹੋਵੇ, ਤੁਹਾਡੇ ਟੈਕਸਟ ਬੁੱਕ ਦੇ ਅਕੋਰਡਿੰਗਲੀ ਪੜ੍ਹਨਾ ਹੋਵੇ, ਤਾਂ ਸਾਡਾ ਬ੍ਰਹਮੰਡ ਸਭ ਤੋਂ ਵੱਡਾ ਹੈ। ਫਿਰ ਬ੍ਰਹਮੰਡ ਦੇ ਵਿੱਚ ਹਜ਼ਾਰਾਂ ਲੱਖਾਂ ਗਲੈਕਸੀਆਂ ਪਾਈਆਂ ਜਾਂਦੀਆਂ ਨੇ, ਤਾਰਿਆਂ ਦੇ ਸਮੂਹ ਪਾਏ ਜਾਂਦੇ ਨੇ। ਉਹ ਗਲੈਕਸੀਆਂ ਦੇ ਵਿੱਚੋਂ ਸਾਡੀ ਗਲੈਕਸੀ, ਜਿਹਦੇ ਵਿੱਚ ਸਾਡਾ ਸੂਰਜੀ ਪਰਿਵਾਰ ਆਉਂਦਾ ਹੈ, ਸਾਡੀ ਧਰਤੀ ਆਉਂਦੀ ਹੈ, ਉਹਦਾ ਨਾਮ ਹੈ ਆਕਾਸ਼ ਗੰਗਾ। ਤੁਸੀਂ ਇਹ ਯਾਦ ਰੱਖਣਾ ਹੈ, ਸਾਡੀ ਆਕਾਸ਼ ਗੰਗਾ ਜਿਹੜੀ ਹੈ ਉਹ ਸਾਡੀ ਗਲੈਕਸੀ ਹੈ। ਸਾਡੀ ਗਲੈਕਸੀ ਦਾ ਨਾਮ ਕੀ ਹੈ ਜੀ? ਆਕਾਸ਼ ਗੰਗਾ। ਇਸ ਆਕਾਸ਼ ਗੰਗਾ ਦੇ ਵਿੱਚ ਹਜ਼ਾਰਾਂ ਤਰ੍ਹਾਂ, ਹਜ਼ਾਰਾਂ ਟਾਈਪ ਦੇ ਜਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੂਰਜੀ ਪਰਿਵਾਰ ਹੋਣਗੇ, ਪਰ ਇੱਕ ਸੂਰਜੀ ਪਰਿਵਾਰ ਹੈ ਜਿਹਦੇ ਵਿੱਚ ਸਾਡੀ ਧਰਤੀ ਆਉਂਦੀ ਹੈ। ਉਹ ਹੈ ਜੀ ਸੂਰਜੀ ਪਰਿਵਾਰ, ਜਿਹਦੇ ਵਿੱਚ ਗ੍ਰਹਿ, ਉਪਗ੍ਰਹਿ ਆਉਂਦੇ ਹਨ, ਛੋਟੇ ਗ੍ਰਹਿ ਆਉਂਦੇ ਹਨ, ਕੁਝ ਪੁੱਛਲ ਤਾਰੇ ਜਾਂ ਜਿਹਨੂੰ ਅਸੀਂ ਧੂਮਕੇਤੂ ਬੋਲ ਦਿੰਦੇ ਹਾਂ ਉਹ ਵੀ ਆਉਂਦੇ ਨੇ, ਉਲਕਾ ਪਿੰਡ ਵੀ ਇਹਦੇ ਵਿੱਚ ਆਉਂਦੀਆਂ ਨੇ। ਅਸੀਂ ਇਸ ਪਾਠ ਦੇ ਵਿੱਚ ਸੂਰਜੀ ਪਰਿਵਾਰ ਦੇ ਇਹਨਾਂ ਸਾਰਿਆਂ ਗ੍ਰਹਿਆਂ, ਉਪਗ੍ਰਹਿਆਂ, ਛੋਟੇ ਗ੍ਰਹਿਆਂ, ਪੁੱਛਲ ਤਾਰਿਆਂ, ਉਲਕਾ ਜਾਂ ਉਲਕਾ ਪਿੰਡਾਂ ਬਾਰੇ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਪੜ੍ਹਾਂਗੇ। ਸੋ ਅੱਗੇ ਆਪਾਂ ਚੱਲਦੇ ਹਾਂ। ਤੁਹਾਡੇ ਸਾਹਮਣੇ ਬ੍ਰਹਮੰਡ ਦੀ ਇੱਕ ਤਸਵੀਰ ਆ ਰਹੀ ਹੈ, ਜਿਹਦੇ ਵਿੱਚੋਂ ਆਪਾਂ ਜੇ ਇਸ ਬ੍ਰਹਮੰਡ ਨੂੰ ਸੀਮਿਤ ਕਰਕੇ ਆਈਏ ਤਾਂ ਉਹਨੂੰ ਬੋਲਦੇ ਨੇ ਖਗੋਲ। ਖਗੋਲ ਕੀ ਹੁੰਦਾ? ਸਾਡਾ ਪੁਲਾੜ, ਆਕਾਸ਼, ਬ੍ਰਹਮੰਡ ਦੇ ਵਿੱਚ ਜਿਹੜੀਆਂ ਵਸਤੂਆਂ ਘੁੰਮਦੀਆਂ ਫਿਰਦੀਆਂ ਨੇ, ਜਿਹੜੇ ਗ੍ਰਹਿ, ਉਪਗ੍ਰਹਿ, ਤਾਰੇ ਘੁੰਮਦੇ ਫਿਰਦੇ ਨੇ, ਉਹਨਾਂ ਨੂੰ ਅਸੀਂ
ਖਗੋਲ ਪਿੰਡ ਬੋਲਦੇ ਹਾਂ। ਕੀ ਬੋਲਦੇ ਹਾਂ ਜੀ? ਖਗੋਲ ਪਿੰਡ ਬੋਲਦੇ ਹਾਂ। ਆਕਾਸ਼ ਵਿੱਚ ਸਥਿਤ, ਜੋ ਸਾਡੇ ਆਕਾਸ਼ ਦੇ ਵਿੱਚ ਸਥਿਤ ਸੂਰਜ ਹੈ, ਗ੍ਰਹਿ ਨੇ, ਹੋਰ ਚੰਨ ਹੈ, ਨਿੱਕੇ ਵੱਡੇ ਅਣਗਿਣਤ ਚਮਕਦੇ ਤਾਰਿਆਂ ਆਦਿ ਨੂੰ ਰਲੇਵੇਂ ਰੂਪ ਦੇ ਵਿੱਚ ਅਸੀਂ ਕੀ ਬੋਲਦੇ ਹਾਂ? ਖਗੋਲ ਪਿੰਡ ਆਖਦੇ ਹਾਂ। ਬੇਟਾ ਅਸਮਾਨ ਦੇ ਵਿੱਚ ਹਰ ਉਹ ਇੱਕ ਚੀਜ਼ ਜਿਹੜੀ ਮੂਵ ਕਰਦੀ ਫਿਰਦੀ ਹੈ ਉਸ ਨੂੰ ਅਸੀਂ ਖਗੋਲ ਪਿੰਡ ਆਖਦੇ ਹਾਂ। ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਇੱਕ ਪਾਸੇ ਖੱਬੇ ਪਾਸੇ ਸਾਡੇ ਕੋਲੇ ਸੂਰਜ ਹੈ, ਫਿਰ ਉਹਦੇ ਨਾਲ ਸਾਰੇ ਉਹਦੇ 8 ਗ੍ਰਹਿ ਨੇ, ਉਹਨਾਂ ਦੇ ਉਪਗ੍ਰਹਿ ਨੇ, ਆ ਧੂਮਕੇਤੂ ਨੇ, ਇੱਧਰ ਪੂਛਲ ਤਾਰਾ ਹੈ, ਛੋਟੇ ਛੋਟੇ ਤਾਰੇ, ਵੱਡੇ ਛੋਟੇ ਤਾਰੇ, ਇਹ ਸਾਰਾ ਕੁਝ ਸਾਡੇ ਆਕਾਸ਼ ਦੇ ਵਿੱਚ ਹੁੰਦਾ ਹੈ, ਜੋ ਸਾਨੂੰ ਕਈ ਵਾਰ ਨੰਗਨ ਅੱਖਾਂ ਨਾਲ ਨਹੀਂ ਦਿਖਦਾ, ਦੂਰਬੀਨ ਨਾਲ ਦੇਖਣਾ ਪੈਂਦਾ ਹੈ। ਸਿਰਫ ਸਾਨੂੰ ਚੰਦਰਮਾ ਜਾਂ ਕੁਝ ਹੋਰ ਵੀਨਸ ਵਰਗੇ ਜਿਹੜੇ ਗ੍ਰਹਿ ਨੇ ਉਹ ਰਾਤ ਨੂੰ ਵੀ ਦਿਖਾਈ ਦੇ ਜਾਂਦੇ ਨੇ। ਸੋ ਇਹ ਸਾਰੇ ਕੀ ਨੇ ਜੋ ਆਕਾਸ਼ ਦੇ ਵਿੱਚ ਘੁੰਮ ਰਹੇ ਨੇ, ਇਹ ਸਾਰੇ ਕੀ ਨੇ? ਸਾਡੇ ਖਗੋਲ ਪਿੰਡ, ਜਾਂ ਇਹਨਾਂ ਨੂੰ ਅਸੀਂ ਆਕਾਸ਼ੀਆ ਪਿੰਡ ਵੀ ਆਖਦੇ ਹਾਂ। ਕਾਫੀ ਇੰਪੋਰਟੈਂਟ ਪਰਿਭਾਸ਼ਾ ਹੈ ਬੇਟਾ, ਤੁਸੀਂ ਯਾਦ ਰੱਖਣੀ ਹੈ। ਇਸ ਤੋਂ ਅੱਗੇ ਆਪਾਂ ਚੱਲਦੇ ਹਾਂ। ਸਾਡੇ ਕੋਲੇ ਆ ਗਿਆ ਖਗੋਲ ਕੀ ਹੁੰਦਾ ਹੈ। ਆਪਾਂ ਖਗੋਲੀ ਪਿੰਡ ਦੀ ਗੱਲ ਕਰੀਏ, ਖਗੋਲ ਅਸਮਾਨ, ਆਕਾਸ਼, ਪੁਲਾੜ, ਇਹ ਸਾਰੇ ਨੂੰ ਅਸੀਂ ਕੀ ਬੋਲਦੇ ਹਾਂ? ਖਗੋਲ। ਆਕਾਸ਼ ਜਾਂ ਪੁਲਾੜ ਨਾਲ ਸੰਬੰਧਿਤ ਹੁੰਦਾ ਜਿਹੜਾ, ਉਸ ਨੂੰ ਕੀ ਬੋਲਦੇ ਹਾਂ? ਖਗੋਲ ਬੋਲਦੇ ਹਾਂ। ਹੁਣ ਖਗੋਲ ਦਾ ਪੜ੍ਹਾਈ ਕਰਨ ਵਾਲੇ, ਅਧਿਐਨ ਦਾ ਮਤਲਬ ਪੜ੍ਹਾਈ ਕਰਨ ਵਾਲੇ ਮਨੁੱਖ ਨੂੰ ਕੀ ਆਖਦੇ ਨੇ ਜੀ? ਖਗੋਲ ਵਿਗਿਆਨੀ ਆਖਦੇ ਨੇ। ਜਿਹੜੇ ਆਕਾਸ਼ ਬਾਰੇ, ਪੁਲਾੜ ਬਾਰੇ ਪੜ੍ਹਦੇ ਨੇ, ਉਹਦੀਆਂ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕਰਦੇ ਨੇ, ਆਕਾਸ਼ ਦੇ ਵਿੱਚ ਜਾ ਕੇ, ਪੁਲਾੜ ਦੇ ਵਿੱਚ ਜਾ ਕੇ ਨਵੇਂ ਗ੍ਰਹਿਾਂ, ਉਪਗ੍ਰਹਿਾਂ ਜਾਂ ਤਾਰਿਆਂ ਜਾਂ ਗਲੈਕਸੀਆਂ ਦੀ ਖੋਜ ਕਰਕੇ ਸਾਨੂੰ ਦੱਸਦੇ ਨੇ, ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਖਗੋਲ ਵਿਗਿਆਨੀ ਬੋਲਦੇ ਹਾਂ। ਬੇਟਾ ਤੁਸੀਂ ਇੱਕ ਨਾਮ ਜ਼ਰੂਰ ਸੁਣਿਆ ਹੋਊ, ਮੈਂ ਤੁਹਾਨੂੰ ਇੱਕ ਪਿਕਚਰ ਦਿਖਾਉਣਾ, ਤੁਹਾਡੇ ਨਾਮ ਯਾਦ ਆ ਜੂ। ਆਹ ਦੇਖੋ, ਇਸ ਲੜਕੀ ਦੀ, ਇਸ ਇਸਤਰੀ ਦੀ ਤੁਸੀਂ ਪਿਕਚਰ ਦੇਖੀ ਹੋਊਗੀ, ਇਹਦਾ ਨਾਮ ਹੈ ਕਲਪਨਾ ਚਾਵਲਾ। ਇਹ ਭਾਰਤ ਦੀ ਸੀਗੀ, ਬਾਅਦ ਦੇ ਵਿੱਚ ਅਮਰੀਕਾ ਦੇ ਵਿੱਚ ਜਾ ਕੇ, ਨਾਸਾ ਦੇ ਵਿੱਚ ਜਾ ਕੇ ਇੱਕ ਖਗੋਲ ਵਿਗਿਆਨਿਕ ਬਣੀ। ਬਾਅਦ ਦੇ ਵਿੱਚ ਇਹਦੀ ਇੱਕ ਸ਼ਟਲ ਦੇ ਵਿੱਚ ਜਦੋਂ ਵਾਪਸ ਧਰਤੀ 'ਤੇ ਆ ਰਹੇ ਸੀ, ਉਹ ਬਲਾਸਟ ਹੋ ਗਿਆ, ਇਹਦੀ ਡੈਥ ਵੀ ਹੋ ਗਈ ਸੀ। ਸੋ ਇਹ ਕੀ ਸੀ? ਖਗੋਲ ਵਿਗਿਆਨਿਕ। ਇਹ ਕੀ ਸੀ? ਖਗੋਲ ਵਿਗਿਆਨਿਕ। ਉਹ ਵਿਅਕਤੀ ਜੋ ਆਕਾਸ਼ ਪੁਲਾੜ ਦੀ ਪੜ੍ਹਾਈ ਕਰਦੇ ਨੇ, ਉਹਦੇ ਸੰਬੰਧੀ ਕੋਈ ਅਧਿਐਨ ਕਰਦੇ ਨੇ, ਸਟੱਡੀ ਕਰਦੇ ਨੇ, ਉਹਨੂੰ ਅਸੀਂ ਖਗੋਲ ਵਿਗਿਆਨਿਕ ਬੋਲਦੇ ਹਾਂ। ਕਲਪਨਾ ਚਾਵਲਾ ਕੀ ਸੀ? ਇੱਕ ਖਗੋਲ ਵਿਗਿਆਨਿਕ ਸੀਗੀ। ਸੋ ਬੇਟਾ ਹੁਣ ਤੁਸੀਂ ਜਦੋਂ ਰਾਤ ਨੂੰ ਅਸਮਾਨ ਦੇ ਵਿੱਚ ਤਾਰੇ ਦੇਖਦੇ ਹੋ ਤਾਂ ਤੁਹਾਨੂੰ ਕਿੰਨੇ ਸੋਹਣੇ ਤਾਰੇ ਲੱਗਦੇ ਨੇ, ਚਮਕਦੇ ਲੱਗਦੇ ਨੇ। ਇੰਜ ਲੱਗਦਾ ਵੀ ਸਾਰਿਆਂ ਦੇ ਵਿੱਚ ਨਾ ਕੋਈ ਲਾਈਟ ਲੱਗੀ ਹੋਈ ਹੈ, ਰੋਸ਼ਨੀ ਨਾਲ ਚਮਕਦੇ ਦਿਖਾਈ ਦਿੰਦੇ ਨੇ। ਜੇ ਅਸੀਂ ਪੁਲਾੜ ਦੇ ਵਿੱਚ ਜਾ ਕੇ ਆਕਾਸ਼ ਦੇ ਵਿੱਚ ਸਾਡੀ ਧਰਤੀ ਨੂੰ ਦੇਖੀਏ ਤਾਂ ਸਾਡੀ ਧਰਤੀ ਵੀ ਇਸ ਤਰ੍ਹਾਂ ਦਿਖਾਈ ਦਿੰਦੀ ਹੈ ਜਿਵੇਂ ਉਹਦੇ ਆਲੇ ਦੁਆਲੇ ਲਾਈਟਾਂ ਲੱਗੀਆਂ ਹੋਣ, ਭਾਵ ਉਹਦਾ ਆਪਣਾ ਪ੍ਰਕਾਸ਼ ਹੋਵੇ, ਉਹ ਵੀ ਲਾਈਟ ਰਿਫਲੈਕਟ ਕਰਦੀ ਹੋਵੇ। ਜਿਵੇਂ ਬਾਕੀ ਤਾਰੇ ਅਸੀਂ ਸਕਰੀਨ 'ਤੇ ਦੇਖ ਰਹੇ ਹਾਂ, ਸਾਰੇ ਟਿਮਟਿਮਾਉਂਦੇ ਨੇ। ਜੇ ਆਕਾਸ਼ ਵਿੱਚ ਜਾ ਕੇ ਅਸੀਂ ਧਰਤੀ ਨੂੰ ਦੇਖੀਏ ਤਾਂ ਸਾਡਾ ਧਰਤੀ ਵੀ ਇੱਕ ਤਾਰਿਆਂ ਦੀ ਤਰ੍ਹਾਂ ਟਿਮਟਿਮਾਉਂਦੀ ਦਿਖਾਈ ਦਿੰਦੀ ਹੈ। ਪਰ ਬੱਚਿਓ ਯਾਦ ਰੱਖਿਓ, ਧਰਤੀ ਦਾ ਆਪਣਾ ਕੋਈ ਪ੍ਰਕਾਸ਼ ਨਹੀਂ ਹੈ। ਤੁਸੀਂ ਯਾਦ ਰੱਖਣਾ ਹੈ, ਧਰਤੀ ਦਾ ਆਪਣਾ ਕੋਈ ਪ੍ਰਕਾਸ਼ ਨਹੀਂ ਹੈ। ਪਹਿਲੀ ਨਜ਼ਰ ਇੰਜ ਲੱਗਦਾ ਹੈ ਜਿਵੇਂ ਕਿ ਸਾਰੇ ਖਗੋਲ ਪਿੰਡ ਆਪਣੀ ਰੌਸ਼ਨੀ ਨਾਲ ਚਮਕਦੇ ਨੇ। ਦੇਖੋ ਅਸੀਂ ਇਹ ਦੇਖ ਰਹੇ ਹਾਂ, ਸਾਡੇ ਖਗੋਲ ਨੂੰ ਦੇਖ ਰਹੇ ਹਾਂ, ਸਾਡੇ ਅਸਮਾਨ ਨੂੰ ਦੇਖ ਰਹੇ ਹਾਂ, ਇੰਜ ਲੱਗਦਾ ਸਾਨੂੰ ਪਤਾ ਨਹੀਂ ਲੱਗਦਾ ਵੀ ਇਹਨਾਂ ਨੂੰ ਲਾਈਟ ਕਿੱਥੋਂ ਮਿਲਦੀ ਹੈ, ਲੱਗਦਾ ਵੀ ਇਹਨਾਂ ਦੀ ਆਪਣਾ ਹੀ ਪ੍ਰਕਾਸ਼ ਹੈ। ਇਹੀ ਲੱਗਦਾ ਇੱਕ ਵਾਰ ਦੇਖਣ ਤੋਂ। ਪਰ ਅਸੀਂ ਯਾਦ ਰੱਖਣਾ ਹੈ, ਸਾਡੀ ਧਰਤੀ ਹੈ ਜਿਹੜੀ, ਉਹਦਾ ਆਪਣਾ ਪ੍ਰਕਾਸ਼ ਨਹੀਂ ਹੈ। ਕਹਿੰਦਾ ਪੁਲਾੜ ਵਿੱਚ ਜੇ ਧਰਤੀ ਦੇ ਉੱਤੇ ਨਜ਼ਰ ਮਾਰੀਏ ਤਾਂ ਇਹ ਵੀ ਚਮਕਦੀ ਹੀ ਨਜ਼ਰ ਆਉਂਦੀ ਹੈ। ਦੇਖੋ ਤੁਹਾਨੂੰ ਚਮਕਦੀ ਦਿਖਾਈ ਦੇ ਰਹੀ ਨਾ ਧਰਤੀ ਸਾਡੀ, ਇਹ ਚਮਕਦੀ ਹੀ ਨਜ਼ਰ ਆਉਂਦੀ ਹੈ। ਪਰ ਸਾਡੀ ਧਰਤੀ ਸੂਰਜ ਦੀ ਰੋਸ਼ਨੀ ਦੇ ਪ੍ਰਭਾਵ ਸਦਕਾ ਚਮਕਦੀ ਨਜ਼ਰ ਆਉਂਦੀ ਹੈ। ਸਾਡੀ ਧਰਤੀ ਦਾ ਆਪਣਾ ਕੋਈ ਪ੍ਰਕਾਸ਼ ਨਹੀਂ ਹੈ ਬੇਟਾ। ਧਰਤੀ ਪ੍ਰਕਾਸ਼ ਕਿੱਥੋਂ ਲੈਂਦੀ ਹੈ? ਸੂਰਜ ਦੀ ਰੋਸ਼ਨੀ ਤੋਂ ਪ੍ਰਕਾਸ਼ ਲੈਂਦੀ ਹੈ। ਉਹਦੇ ਕਰਕੇ ਹੀ ਰਿਫਲੈਕਸ਼ਨ ਪੈਂਦੀ ਹੈ ਜਿਹੜੀ ਸਾਨੂੰ ਇਹ ਧਰਤੀ ਚਮਕਦੀ ਦਿਖਾਈ ਦਿੰਦੀ ਹੈ। ਸੂਰਜ ਸਾਡੀ ਧਰਤੀ ਦੇ ਸਭ ਤੋਂ ਨੇੜੇ ਦਾ ਤਾਰਾ ਹੈ। ਸਾਡੀ ਧਰਤੀ ਦੇ ਕੋਲੇ ਬਹੁਤ ਸਾਰੇ ਤਾਰੇ ਨੇ ਬ੍ਰਹਮਾਂਡ ਦੇ ਵਿੱਚ। ਉਹਨਾਂ ਦੇ ਵਿੱਚੋਂ ਜੇ ਸਭ ਤੋਂ ਨੇੜੇ ਦੀ ਗੱਲ ਕਰੀਏ, ਜਿਹਦਾ ਪ੍ਰਕਾਸ਼ ਤੇ ਊਰਜਾ ਤੇ ਗਰਮੀ ਧਰਤੀ ਪ੍ਰਾਪਤ ਕਰਦੀ ਹੈ, ਉਹ ਸੂਰਜ ਹੈ, ਜਿਹੜਾ ਸਾਡੀ ਧਰਤੀ ਦੇ ਕਾਫੀ ਨੇੜੇ ਹੈ ਐਜ਼ ਕੰਪੈਰੀਟਿਵ ਟੂ ਅਦਰ ਸਟਾਰਸ। ਹੋਰ ਤਾਰਿਆਂ ਦੀ ਕੰਪੈਰੀਜ਼ਨ ਦੇ ਵਿੱਚ, ਤੁਲਨਾ ਦੇ ਵਿੱਚ ਸੂਰਜ ਹੈ ਜਿਹੜਾ ਇੱਕ ਵੱਡਾ ਸਾਰਾ ਤਾਰਾ, ਉਹ ਧਰਤੀ ਦੇ ਬਹੁਤ ਨੇੜੇ ਹੈ। ਤਾਂ ਤੁਸੀਂ ਯਾਦ ਰੱਖਿਓ, ਧਰਤੀ ਦਾ ਆਪਣਾ ਨਾ ਕੋਈ ਪ੍ਰਕਾਸ਼ ਹੈ, ਨਾ ਕੋਈ ਗਰਮੀ ਹੈ। ਇਹ ਸਾਰੀ ਕਿੱਥੋਂ ਪ੍ਰਾਪਤ ਕਰਦੀ ਹੈ ਜੀ? ਸੂਰਜ ਤੋਂ ਪ੍ਰਾਪਤ ਕਰਦੀ ਹੈ। ਸੋ ਇਸੇ ਤਰ੍ਹਾਂ ਜੇ ਆਪਾਂ ਅੱਗੇ ਚੱਲੀਏ, ਹੁਣ ਆਪਾਂ ਜਿਵੇਂ ਸੂਰਜ ਦੀ ਗੱਲ ਕੀਤੀ ਹੈ ਵੀ ਸੂਰਜ ਇੱਕ ਤਾਰਾ ਹੈ, ਤਾਂ ਤੁਹਾਡੇ ਸਾਹਮਣੇ ਤਾਰਿਆਂ ਦੀ ਪਿਕਚਰ ਆ ਗਈ। ਤਾਰੇ ਕੀ ਹੁੰਦੇ ਹਨ? ਅਜਿਹੇ ਖਗੋਲੀ ਜਾਂ ਆਕਾਸ਼ੀ ਪਿੰਡ, ਜੋ ਆਕਾਸ਼ ਖਗੋਲ ਦੇ ਵਿੱਚ ਰਹਿੰਦੇ ਨੇ, ਉਹ ਜਿਹੇ ਪਿੰਡ ਜੋ ਆਪਣੀ ਰੌਸ਼ਨੀ ਕਰਕੇ ਚਮਕਦੇ ਹਨ ਨੂੰ ਤਾਰੇ ਆਖਦੇ ਹਨ। ਇਹਦਾ ਮਤਲਬ ਤਾਰਿਆਂ ਦਾ ਆਪਣਾ ਪ੍ਰਕਾਸ਼ ਹੁੰਦਾ ਹੈ, ਉਹ ਕਿਸੇ ਹੋਰ ਤੋਂ ਨਹੀਂ ਲੈਂਦੇ। ਉਹਨਾਂ ਦਾ ਆਪ ਦਾ ਖੁਦ ਦਾ ਵਜੂਦ ਹੁੰਦਾ ਹੈ, ਖੁਦ ਦੀ ਲਾਈਟ ਹੁੰਦੀ ਹੈ, ਖੁਦ ਦਾ ਪ੍ਰਕਾਸ਼ ਹੁੰਦਾ ਹੈ। ਸੋ ਅਜਿਹੇ ਖਗੋਲੀ ਜਾਂ ਆਕਾਸ਼ੀ ਪਿੰਡ ਜੋ ਆਪਣੀ ਰੌਸ਼ਨੀ ਕਰਕੇ ਚਮਕਦੇ ਹਨ ਨੂੰ ਅਸੀਂ ਤਾਰੇ ਆਖਦੇ ਹਾਂ। ਆਪਾਂ ਗੱਲ ਕੀਤੀ ਸੀ ਵੀ ਸਾਡੀ ਧਰਤੀ ਕਿਹਤੋਂ ਪ੍ਰਕਾਸ਼ ਲੈਂਦੀ ਹੈ? ਸੂਰਜ ਤੋਂ। ਇਹਦਾ ਮਤਲਬ ਸੂਰਜ ਵੀ ਕੀ ਹੈ? ਇੱਕ
ਤਾਰਾ ਹੈ। ਆ ਤੁਹਾਡੇ ਸਾਹਮਣੇ ਆ ਗਿਆ ਸੂਰਜ, ਕਿੰਨੀ ਸੋਹਣੀ ਫੋਟੋ ਹੈ ਸੂਰਜ ਦੀ। ਤਾਂ ਸਾਡਾ ਸੂਰਜ ਕੀ ਹੈ ਯਾਦ ਰੱਖਿਓ, ਇੱਕ ਤਾਰਾ, ਬਹੁਤ ਵੱਡਾ ਤਾਰਾ, ਧਰਤੀ ਦੇ ਨੇੜੇ ਦਾ ਤਾਰਾ ਹੈ, ਜਿੱਥੋਂ ਸਾਡੀ ਧਰਤੀ ਨੂੰ ਪ੍ਰਕਾਸ਼ ਤੇ ਊਰਜਾ ਪ੍ਰਾਪਤ ਹੁੰਦੀ ਹੈ। ਸੋ ਹੁਣ ਆਪਾਂ ਅੱਗੇ ਦੇਖਦੇ ਹਾਂ। ਕਿਆ ਬਾਤ ਹੈ, ਕਿੰਨਾ ਸੋਹਣਾ ਸੀਨ ਹੈ, ਰਾਤ ਦਾ ਸੀਨ ਹੈ, ਤਾਰੇ ਟਿਮਟਮਾ ਰਹੇ ਨੇ। ਪਰ ਤੁਸੀਂ ਦੇਖੋ ਜਦੋਂ ਇਹਨਾਂ ਨੂੰ ਬੜੀ ਨਿਗਾਹ ਮਾਰ ਕੇ ਦੇਖਦੇ ਹੋ, ਕਦੇ ਕਦੇ ਨਾ ਆਪਾਂ ਤਾਰਿਆਂ ਨੂੰ ਜੋੜਨ ਲੱਗ ਜਾਂਦੇ ਹਾਂ ਵੀ ਕਦੇ ਕਿਹੜੀ ਫੋਟੋ ਬਣ ਗਈ, ਕਦੇ ਕਿਸੇ ਮਨੁੱਖ ਦੀ ਫੋਟੋ ਬਣ ਗਈ, ਕਦੇ ਕਿਸੇ ਜਾਨਵਰ ਦੀ ਫੋਟੋ ਬਣ ਗਈ। ਹਲਕਾ ਜਿਹਾ ਦੇਖੋ, ਦੇਖੋ ਜੀ ਹੁਣ ਆਪਾਂ ਧਿਆਨ ਨਾਲ ਦੇਖਿਆ ਕਹਿ ਜੀ ਹੈ ਨਾ, ਇੱਕ ਜਾਨਵਰ ਜਿਹਾ ਬਣ ਗਿਆ, ਜਿਵੇਂ ਉੱਠ ਭੱਜਿਆ ਜਾਂਦਾ ਹੋਵੇ ਹੈ ਨਾ, ਲਾਈਕ ਕੈਮਲ ਭੱਜਿਆ ਜਾਂਦਾ ਹੋਵੇ ਹੈ ਨਾ। ਜੇ ਇੱਧਰਲੇ ਪਾਸੇ ਕੋਈ ਪਿਕਚਰ ਬਣ, ਇੱਕ ਹੋਰ ਪਿਕਚਰ ਬਣ ਗਈ। ਸੋ ਜਦੋਂ ਅਸੀਂ ਤਾਰਿਆਂ ਨੂੰ ਜੋੜਨ ਲੱਗ ਜਾਂਦੇ ਹਾਂ, ਸਾਨੂੰ ਅਕਸਰ ਬੱਚੇ ਰਾਤ ਨੂੰ ਬੈਠੇ ਬੈਠੇ ਅਸਮਾਨ 'ਚ ਦੇਖਦੇ ਨੇ, ਕਦੇ ਕੋਈ ਕਿਹੜਾ ਫੁੱਲ ਬਣਾਤਾ, ਕਦੇ ਕੋਈ ਜਾਨਵਰ ਬਣਾਤਾ, ਕਦੇ ਕਿਸੇ ਮਨੁੱਖ ਦੀ ਫੋਟੋ ਬਣਾਤੀ। ਸੋ ਇਹ ਤਾਰਿਆਂ ਨੂੰ ਜਦੋਂ ਅਸੀਂ ਇਕੱਤਰ ਕਰਕੇ ਜੋੜ ਕੇ ਕੁਝ ਬਣਾ ਦਿੰਦੇ ਹਾਂ ਤਾਂ ਕੁਝ ਨਾ ਕੁਝ ਆਕ੍ਰਿਤੀਆਂ ਸਾਨੂੰ ਅਸਮਾਨ ਦੇ ਵਿੱਚ ਦਿਖਾਈ ਦੇਣ ਲੱਗ ਜਾਂਦੀਆਂ ਨੇ। ਆਹ ਦੇਖੋ ਇੱਕ ਹੋਰ ਆਕ੍ਰਿਤੀ, ਇਹ ਤੁਸੀਂ ਸਾਰਿਆਂ ਨੇ ਬੜੀ ਵਾਰ ਦੇਖੀ ਹੋ, ਸਪਤ ਰਿਸ਼ੀ ਜਿਹਨੂੰ ਅਸੀਂ ਬੋਲਦੇ ਹਾਂ। 1 2 3 4 5 6 7 ਤਾਰਿਆਂ ਨੂੰ ਜੋੜ ਕੇ ਇੱਕ ਸਮੂਹ ਬਣਾਇਆ ਗਿਆ ਹੈ, ਜਿਸ ਨੂੰ ਅਸੀਂ ਸਪਤ ਰਿਸ਼ੀ ਬੋਲਦੇ ਹਾਂ। ਜੇ ਇਹਨੂੰ ਇੱਕ ਹੋਰ ਦੇਖੋ, ਅੰਗਰੇਜ਼ੀ ਦੇ ਵਿੱਚ ਤੁਸੀਂ ਸਾਈਨ ਆਫ ਇੰਟੈਰੋਗੇਸ਼ਨ ਲਾਉਂਦੇ ਹੋ, ਪ੍ਰਸ਼ਨ ਚਿੰਨ, ਉਹੋ ਜਿਹਾ ਬਣਦਾ ਨਾ, ਕਰਛੀ ਜਿਹਨੂੰ ਆਪਾਂ ਕਹਿੰਦੇ ਹਾਂ, ਕਰਛੀ ਬਣ ਗਈ ਨਾ, ਦੇਖੋ। ਹਾਂ ਦੇਖੋ, ਇਹ ਸਾਰੇ ਬੱਚਿਆਂ ਨੇ ਦੇਖਿਆ ਹੋਊਗਾ। ਸੋ ਤਾਰਿਆਂ ਦੇ ਇਹਨਾਂ ਸਮੂਹਾਂ ਨੂੰ ਹੀ ਤਾਰਾ ਮੰਡਲ ਕਿਹਾ ਜਾਂਦਾ ਹੈ। ਸੋ ਤਾਰਿਆਂ ਦੇ ਸਮੂਹਾਂ ਨੂੰ ਅਸੀਂ ਕੀ ਬੋਲਦੇ ਹਾਂ? ਤਾਰਾ ਮੰਡਲ ਆਖਦੇ ਹਾਂ। ਤਾਰਾ ਮੰਡਲ ਵਿੱਚ ਸਪਤ ਰਿਸ਼ੀ, ਤੁਹਾਡੇ ਸਾਹਮਣੇ ਫੋਟੋ ਹੈ, ਸਪਤ ਰਿਸ਼ੀ ਮੰਡਲ ਪੁਰਾਣੇ ਸਮਿਆਂ ਤੋਂ ਪ੍ਰਚਲਿਤ ਹੈ। ਇਹ 7 ਤਾਰਿਆਂ ਦਾ ਸਮੂਹ ਹੁੰਦਾ, ਸਪਤਮੀ 'ਚ 7 ਤਾਰਿਆਂ ਦਾ ਸਮੂਹ ਹੁੰਦਾ ਹੈ, ਜੋ ਵੱਡੇ ਪ੍ਰਕਾਰ ਦੇ ਪ੍ਰਸ਼ਨ ਚਿੰਨ, ਵੱਡੇ ਪ੍ਰਸ਼ਨ ਚਿੰਨ ਦੀ ਆਕ੍ਰਿਤੀ ਵਰਗਾ ਹੁੰਦਾ ਹੈ। ਸਾਈਨ ਆਫ ਇੰਟੈਰੋਗੇਸ਼ਨ ਆ ਬਣਿਆ ਹੋਇਆ, ਦੇਖੋ ਕਰਛੀ ਜਿਹਨੂੰ ਆਪਾਂ ਬੋਲ ਦਿੰਦੇ ਹਾਂ ਜਦੋਂ ਪ੍ਰਸ਼ਨਵਾਚਕ ਕੋਈ ਲਾਉਣਾ, ਚਿੰਨ ਲਾਉਣਾ ਹੋਵੇ, ਇਹ ਉਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ। ਸੋ ਬੇਟਾ ਇਹ ਹੈ ਸਾਡੇ ਤਾਰਾ ਮੰਡਲ, ਤਾਰਾ ਸਮੂਹ। ਤਾਰਿਆਂ ਨੂੰ ਇਕੱਤਰ ਹੋ ਕੇ ਕੀ ਬੋਲਿਆ ਜਾਂਦਾ ਹੈ? ਤਾਰਾ ਮੰਡਲ ਬੋਲਿਆ ਜਾਂਦਾ ਹੈ। ਕਿਆ ਬਾਤ ਹੈ, ਦੇਖੋ ਰਾਤ ਨੂੰ ਐਂ ਲੱਗਦਾ ਨਾ ਤਾਰੇ ਟਿਮਟਿਮਾਉਂਦੇ, ਟਿਮਟਿਮਾ ਰਹੇ ਨੇ। ਜਦੋਂ ਆਪਾਂ ਉੱਪਰ ਦੇਖਦੇ ਹਾਂ ਕੋਈ ਤਾਰਾ ਹੌਲੀ, ਕੋਈ ਸਪੀਡ ਨਾਲ, ਐਂ ਤਾਰੇ ਟਿਮਟਿਮਾਉਂਦੇ ਨੇ। ਹੁਣ ਇਹ ਤਾਂ ਐਂ ਲੱਗਦਾ ਜਿਵੇਂ ਇਹਦੇ 'ਚ ਕੋਈ ਬੱਲਬ ਲਾਇਆ ਹੋਵੇ, ਕਿਸੇ ਨੇ ਬੰਦ ਕਰਤਾ, ਔਨ ਕਰਤਾ, ਬੰਦ ਕਰਤਾ, ਔਨ ਕਰਤਾ, ਐਂ ਹੁੰਦਾ। ਪਰ ਬੇਟਾ ਜੀ ਅਜਿਹਾ ਨਹੀਂ ਹੈ। ਇਹ ਤਾਰੇ ਬੜੇ ਦੂਰ ਨੇ ਸਾਡੀ ਪ੍ਰਿਥਵੀ ਤੋਂ, ਉਹਨਾਂ ਦੀ ਰੌਸ਼ਨੀ ਨੂੰ ਪ੍ਰਿਥਵੀ 'ਤੇ ਪਹੁੰਚਣ ਲੱਗੇ ਸਮਾਂ ਲੱਗਦਾ। ਹੁਣ ਅਸੀਂ ਸਾਰੇ ਜਾਣਦੇ ਹਾਂ ਸਾਡੀ ਪ੍ਰਿਥਵੀ ਦੇ ਆਲੇ ਦੁਆਲੇ ਗੈਸਾਂ ਦਾ ਇੱਕ ਗਲਾਬ ਬਣਿਆ ਹੋਇਆ ਹੈ, ਵਾਯੂ ਮੰਡਲ ਬਣਿਆ ਹੋਇਆ ਹੈ। ਜਦੋਂ ਇਹਨਾਂ ਤਾਰਿਆਂ ਦੀ ਰੌਸ਼ਨੀ ਉਹ ਵਾਯੂ ਮੰਡਲ ਵਿੱਚ ਦੀ ਮੂਵ ਕਰਕੇ ਸਾਡੀ ਧਰਤੀ ਤੱਕ ਆਉਂਦੀ ਹੈ, ਤਾਂ ਉਹਦੀਆਂ ਵੇਵਜ਼ ਕਰਕੇ ਇਹ ਸਾਨੂੰ ਇਸ ਤਰ੍ਹਾਂ ਟਿਮਟਿਮਾਉਂਦੇ ਦਿਖਾਈ ਦਿੰਦੇ ਹਨ। ਇੱਥੇ ਕੋਈ ਬੱਲਬ ਜਾਂ ਕੋਈ ਲਾਈਟ ਨਹੀਂ ਲੱਗੀ ਵੀ ਜਿਹਨੂੰ ਸਵਿਚ ਆਫ ਸਵਿਚ ਔਨ ਕਰ ਲਿਆ, ਨਹੀਂ। ਇਹ ਉਹ ਹਵਾ ਦੇ ਗਲਾਬ ਦੇ ਵਿੱਚ ਜਦੋਂ ਲਾਈਟ ਨਿਕਲਦੀ ਹੈ, ਪ੍ਰਕਾਸ਼ ਨਿਕਲਦਾ ਹੈ, ਤਾਂ ਉਹ ਵੇਵਜ਼ ਨਾਲ ਮੂਵ ਕਰਦਾ। ਕਹਿੰਦਾ ਤਾਰੇ ਧਰਤੀ ਤੋਂ ਬਹੁਤ ਦੂਰ ਹਨ। ਇਹਨਾਂ ਦੀ ਰੌਸ਼ਨੀ ਨੂੰ ਧਰਤੀ ਦੇ ਆਲੇ ਦੁਆਲੇ ਦੇ ਹਵਾ ਦੇ ਗਲਾਫ ਦੀਆਂ ਕਈ ਤਹਿਾਂ ਵਿੱਚੋਂ ਲੰਘਣਾ ਪੈਂਦਾ ਹੈ, ਜਿਸ ਕਰਕੇ ਸਾਨੂੰ ਇਹ ਟਿਮਟਿਮਾਉਂਦੇ ਦਿਖਾਈ ਦਿੰਦੇ ਹਨ। ਤਾਂ ਤੁਸੀਂ ਹਮੇਸ਼ਾ ਯਾਦ ਰੱਖਣਾ ਹੈ, ਤਾਰਿਆਂ ਦੇ ਕੋਈ ਵਿੱਚ ਕੋਈ ਲਾਈਟ ਔਨ ਆਫ ਵਾਲਾ ਬਟਨ ਨਹੀਂ ਲੱਗਿਆ ਵਾ ਵੀ ਉਹਨੂੰ ਔਨ ਆਫ ਕਰਤਾ ਤਾਂ ਟਿਮਟਿਮਾਉਂਦੇ ਦਿਖਾਈ ਦਿੰਦੇ ਨੇ, ਕਿਉਂਕਿ ਧਰਤੀ ਦੇ ਆਲੇ ਦੁਆਲੇ ਜਿਹੜੀ ਹਵਾ ਦਾ ਗਲਾਫ ਹੈ ਉਹਦੀਆਂ ਕਈ ਤਹਿਾਂ ਨੇ, ਉਹਦੇ ਵਿੱਚ ਜਦੋਂ ਇਹ ਰੌਸ਼ਨੀ ਨਿਕਲ ਕੇ ਆਉਂਦੀ ਹੈ ਤਾਂ ਸਾਨੂੰ ਟਿਮਟਿਮਾਉਂਦੀ ਦਿਖਾਈ ਦਿੰਦੀ ਹੈ। ਠੀਕ ਹੈ ਬੇਟਾ ਜੀ, ਦੇਖੋ ਕਿੰਨੇ ਸੋਹਣੇ ਤਾਰੇ ਲੱਗਦੇ ਸੀਗੇ। ਸੋ ਅੱਗੇ ਆਪਾਂ ਦੇਖਦੇ ਹਾਂ, ਆਹ ਦੇਖੋ ਤੁਹਾਡੇ ਸਾਹਮਣੇ ਕਿਵੇਂ, ਦੇਖੋ ਰੌਸ਼ਨੀ ਚੱਲ ਰਹੀ ਹੈ, ਪ੍ਰਕਾਸ਼ ਚੱਲ ਰਿਹਾ ਹੈ, ਲਾਈਟ ਚੱਲ ਰਹੀ ਹੈ, ਇੱਕ ਥਾਂ ਤੋਂ ਦੂਜੀ ਥਾਂ ਤੱਕ ਮੂਵ ਕਰਦਾ ਹੈ। ਇਹ ਯਾਦ ਰੱਖਿਓ, ਪ੍ਰਕਾਸ਼ ਦੀ ਸਪੀਡ ਬਹੁਤ ਹੁੰਦੀ ਹੈ, ਪ੍ਰਕਾਸ਼ ਦੀ ਸਪੀਡ ਬਹੁਤ ਹੁੰਦੀ ਹੈ। ਤਾਰੇ ਧਰਤੀ ਤੋਂ ਬਹੁਤ ਦੂਰੀ ਤੇ ਸਥਿਤ ਹਨ, ਬਹੁਤ ਦੂਰ ਨੇ ਧਰਤੀ ਤੋਂ ਤਾਰੇ। ਸਭ ਤੋਂ ਨੇੜਲਾ ਤਾਰਾ ਅਸੀਂ ਸੂਰਜ ਮੰਨ ਕੇ ਚੱਲਦੇ ਹਾਂ। ਇਹਨਾਂ ਦੀ ਦੂਰੀ ਆਮ ਕਰਕੇ ਕਿਲੋਮੀਟਰਾਂ ਵਿੱਚ ਦੱਸਣੀ ਔਖੀ ਹੈ। ਦੇਖੋ ਆਪਾਂ ਕੋਈ ਡਿਸਟੈਂਸ ਦੇਖਣਾ ਹੋਵੇ, ਘਰ ਤੋਂ ਆਪਾਂ ਸਕੂਲ ਜਾਣਾ ਕਿੰਨੇ ਕਿਲੋਮੀਟਰ ਹੈ? ਅੱਧਾ ਕਿਲੋਮੀਟਰ ਹੈ, 1 ਕਿਲੋਮੀਟਰ, 2 ਕਿਲੋਮੀਟਰ ਹੈ। ਬਰਨਾਲੇ ਤੋਂ ਸੰਗਰੂਰ ਜਾਣਾ 40 ਕਿਲੋਮੀਟਰ ਹੈ, ਲੁਧਿਆਣੇ ਜਾਣਾ 70 ਕਿਲੋਮੀਟਰ, ਆਪਾਂ ਕਿਲੋਮੀਟਰਾਂ 'ਚ ਮਾਪਦੇ ਹਾਂ। ਪਰ ਜਿਹੜੇ ਤਾਰੇ ਨੇ ਨਾ ਜੀ, ਇਹ ਤਾਂ ਇੰਨੀ ਦੂਰ ਨੇ ਵੀ ਕਿਲੋਮੀਟਰ ਤਾਂ ਮੁੱਕ ਜਾਂਦੇ ਨੇ, ਕਿਲੋਮੀਟਰਾਂ ਦੀ ਗਿਣਤੀ ਕੀਤੀ ਨਹੀਂ ਜਾ ਸਕਦੀ। ਇਸ ਕਰਕੇ ਬੇਟਾ ਇਹਨਾਂ ਨੂੰ ਮਾਪਣ ਵਾਸਤੇ ਇੱਕ ਇਕਾਈ ਬਣਾਈ ਗਈ ਹੈ। ਇਸ ਲਈ ਇਹਨਾਂ ਦੀ ਦੂਰੀ ਨੂੰ ਦੱਸਣ ਲਈ ਪ੍ਰਕਾਸ਼ ਈਅਰ, ਪ੍ਰਕਾਸ਼ ਸਾਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਭਾਵ ਇਹਨਾਂ ਦੀ ਇਕਾਈ, ਜਿਵੇਂ ਸਾਡੇ ਡਿਸਟੈਂਸ ਦੀ ਇਕਾਈ ਕਿਲੋਮੀਟਰ ਹੁੰਦੀ ਹੈ, ਉਸੇ ਤਰ੍ਹਾਂ ਤਾਰਿਆਂ ਦੀ ਦੂਰੀ ਨੂੰ ਮਾਪਣ ਵਾਸਤੇ ਅਸੀਂ ਪ੍ਰਕਾਸ਼ ਸਾਲ, ਜਿਹਨੂੰ ਆਪਾਂ ਇੰਗਲਿਸ਼ ਬੋਲਦੇ ਹਾਂ ਲਾਈਟ ਈਅਰ, ਦੀ ਵਰਤੋਂ ਕਰਦੇ ਹਾਂ। ਹੁਣ ਇਹ ਲਾਈਟ ਈਅਰ ਕੀ ਹੁੰਦਾ? ਤੁਸੀਂ ਪੁੱਛੋਗੇ ਸਰ ਜੀ ਪ੍ਰਕਾਸ਼ ਸਾਲ ਕੀ ਹੁੰਦਾ? ਇਹ ਵੀ ਆਪਾਂ ਕਰਦੇ ਹਾਂ ਬੇਟਾ। ਪ੍ਰਕਾਸ਼ ਸਾਲ ਕੀ ਹੁੰਦਾ? ਕਹਿੰਦਾ ਪ੍ਰਕਾਸ਼ 1 ਸੈਕਿੰਡ ਵਿੱਚ ਲਗਭਗ 3 ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕਰ ਲੈਂਦਾ ਹੈ। ਦੇਖੋ ਸਪੀਡ ਕਿੰਨੀ ਹੋਊਗੀ, 1 ਸੈਕਿੰਡ ਵਿੱਚ 3 ਲੱਖ ਕਿਲੋਮੀਟਰ। ਸਾਡੇ ਉਰੇ ਕਹਿੰਦਾ ਜਾਪਾਨ ਦੀ ਜਿਹੜੀ ਸਭ ਤੋਂ ਫਾਸਟ ਬੁਲਟ ਟ੍ਰੇਨ ਹੈ, ਉਹ 1 ਘੰਟੇ 'ਚ 500 ਕਿਲੋਮੀਟਰ ਜਾਂਦੀ ਹੈ, ਅਤੇ ਇਹ ਕਹਿੰਦੇ 1 ਸੈਕਿੰਡ ਵਿੱਚ ਲਗਭਗ 3 ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰ ਲੈਂਦਾ ਪ੍ਰਕਾਸ਼। ਇੰਨੀ ਸਪੀਡ ਹੁੰਦੀ ਹੈ। ਤਾਂ ਕਹਿੰਦਾ ਜੇਕਰ ਪ੍ਰਕਾਸ਼ ਦੀ ਇੱਕ ਕਿਰਨ ਲਗਾਤਾਰ 1 ਸਾਲ ਚੱਲਦੀ ਰਹਿੰਦੀ ਹੈ
ਤਾਂ 1 ਸਾਲ ਦੇ ਵਿੱਚ ਜਿੰਨਾ ਉਹ ਦੂਰੀ ਤੈਅ ਕਰ ਲੈਂਦੀ ਹੈ ਉਸ ਨੂੰ ਪ੍ਰਕਾਸ਼ ਸਾਲ ਆਖਿਆ ਜਾਂਦਾ ਹੈ। ਜਿਹੜੀ ਕਿਰਨ 1 ਸੈਕਿੰਡ ਵਿੱਚ 3 ਲੱਖ ਕਿਲੋਮੀਟਰ ਚੱਲੂਗੀ ਤਾਂ 1 ਸਾਲ ਦੇ ਵਿੱਚ ਕਿੰਨੀ ਦੂਰੀ ਤੈਅ ਕਰ ਲੂਗੀ, ਉਸ ਨੂੰ ਅਸੀਂ ਬੇਟਾ ਕੀ ਬੋਲਦੇ ਹਾਂ? ਲਾਈਟ ਈਅਰ ਜਾਂ ਪ੍ਰਕਾਸ਼ ਸਾਲ। 1 ਸਾਲ ਵਿੱਚ ਇੱਕ ਕਿਰਨ ਦੁਆਰਾ ਤੈਅ ਕੀਤੀ ਗਈ ਦੂਰੀ ਨੂੰ ਅਸੀਂ ਕੀ ਬੋਲਦੇ ਹਾਂ ਬੇਟਾ ਜੀ? ਪ੍ਰਕਾਸ਼ ਸਾਲ। ਸੋ ਤਾਰਿਆਂ ਨੂੰ ਮਾਪਣ ਦੀ, ਤਾਰਿਆਂ ਦੇ ਵਿਚਕਾਰੀ ਦੂਰੀ ਮਾਪਣ ਦੀ ਜਿਹੜੀ ਇਕਾਈ ਹੈ ਉਹ ਕੀ ਹੈ ਜੀ? ਪ੍ਰਕਾਸ਼ ਸਾਲ ਹੈ। ਸੋ ਅੱਗੇ ਆਪਾਂ ਦੇਖਦੇ ਹਾਂ ਕੀ ਹੈ। ਕਹਿੰਦਾ ਹੁਣ ਇਹ ਦੂਰੀ ਦੇਖੋ ਕਿੰਨੀ ਜ਼ਿਆਦਾ ਹੋ ਗਈ। ਇਹ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਤਾਰੇ ਨੇ ਜਿਹੜੇ ਸਾਡੀ ਧਰਤੀ ਤੋਂ ਕਿੰਨੀ ਦੂਰੀ 'ਤੇ ਸਥਿਤ ਨੇ। ਬਹੁਤ ਹੀ ਜ਼ਿਆਦਾ ਦੂਰੀ 'ਤੇ ਸਥਿਤ ਨੇ। ਬਸ ਦੇਖੋ ਹੈ ਨਾ, ਆਪਾਂ ਇਮੈਜਿਨ ਵੀ ਨਹੀਂ ਕਰ ਸਕਦੇ। ਕੁਝ ਅਜਿਹੇ ਵੀ ਤਾਰੇ ਨੇ ਜਿਨ੍ਹਾਂ ਦਾ ਪ੍ਰਕਾਸ਼ ਧਰਤੀ 'ਤੇ ਪਹੁੰਚਣ ਵਿੱਚ ਲੱਖਾਂ ਸਾਲ ਲੱਗ ਜਾਂਦੇ ਨੇ। ਹੋ ਸਕਦਾ ਕਈਆਂ ਦਾ ਪਹੁੰਚੇ ਨਾ ਹੋਵੇ, ਸਾਨੂੰ ਕਿਹੜਾ ਦਿਖਦੇ ਨੇ, ਇੰਨੀ ਦੂਰ ਨੇ। ਸੋ ਬੇਟਾ ਕਈਆਂ ਦਾ ਤਾਂ ਪ੍ਰਕਾਸ਼ ਜੇ ਕਹਿੰਦਾ ਇੱਕ ਵਾਰ ਉੱਥੋਂ ਲਾਈਟ ਦੀ ਕਿਰਨ ਚੱਲੀ ਹੈ, ਹਾਲੇ ਤੱਕ ਧਰਤੀ ਤੱਕ ਪਹੁੰਚੀ ਹੋਈ ਨਹੀਂ, ਤਾਂ ਤੁਸੀਂ ਦੇਖ ਲਓ, ਇਹ ਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਤਾਰੇ ਧਰਤੀ ਤੋਂ ਕਿੰਨੀ ਦੂਰ ਨੇ ਤੇ ਸਾਡਾ ਬ੍ਰਹਮਾਂਡ ਕਿੱਡਾ ਵੱਡਾ, ਜਿਹਦੇ ਹਾਲੇ ਤੱਕ ਕਈ ਤਾਰਿਆਂ ਦੀ ਰੋਸ਼ਨੀ ਹੋਈ ਸਾਡੀ ਧਰਤੀ ਤੱਕ ਪਹੁੰਚੀ। ਤਾਂ ਆਪਾਂ ਗੱਲ ਕਰਕੇ ਅਸੀਂ ਸੂਰਜ ਵੀ ਇੱਕ ਤਾਰਾ ਹੈ। ਧਰਤੀ ਦੇ ਸਭ ਤੋਂ ਨੇੜੇ ਦਾ ਤਾਰਾ ਕਿਹੜਾ ਹੈ? ਸੂਰਜ। ਹੁਣ ਦੇਖੋ ਸੂਰਜ ਦੀ ਰੋਸ਼ਨੀ ਧਰਤੀ ਤੇ 8 ਮਿੰਟ ਵਿੱਚ ਪਹੁੰਚ ਜਾਂਦੀ ਹੈ। ਇਹ ਬੜਾ ਇੰਪੋਰਟੈਂਟ ਕੁਐਸਚਨ ਹੈ, ਕਈ ਵਾਰ ਪ੍ਰਸ਼ਨ ਆਊਗਾ। ਸੂਰਜ ਦੀ ਰੋਸ਼ਨੀ ਧਰਤੀ ਉੱਤੇ ਕਿੰਨੇ ਮਿੰਟਾਂ 'ਚ ਪਹੁੰਚ ਜਾਂਦੀ ਹੈ? ਤੁਸੀਂ ਯਾਦ ਰੱਖਣਾ ਹੈ ਸਿਰਫ 8 ਮਿੰਟਾਂ ਵਿੱਚ ਸੂਰਜ ਦੀ ਰੋਸ਼ਨੀ ਹੈ ਜਿਹੜੀ ਧਰਤੀ ਦੀ ਸਤਹ ਦੇ ਉੱਤੇ ਜਾਂ ਧਰਤੀ ਉੱਤੇ ਪਹੁੰਚ ਜਾਂਦੀ ਹੈ। ਸੋ ਇਸ ਤਰ੍ਹਾਂ ਅੱਜ ਆਪਾਂ ਇਹ ਕੁਝ ਇੰਪੋਰਟੈਂਟ ਚੀਜ਼ਾਂ ਕੀਤੀਆਂ ਸੀ। ਮੈਨੂੰ ਉਮੀਦ ਹੈ ਵੀ ਤੁਹਾਨੂੰ ਸਾਰਿਆਂ ਨੂੰ ਇਹ ਸਮਝ ਆ ਗਈ ਹੋਊਗੀ। ਫਟਾਫਟ ਆਪਾਂ 1 ਮਿੰਟ ਜੋ ਅੱਜ ਪੜ੍ਹਿਆ ਉਹਨੂੰ ਰਿਵਾਈਜ਼ ਕਰ ਲੈਂਦੇ ਹਾਂ। ਕਹਿੰਦਾ ਖਗੋਲ ਦਾ ਅਧਿਐਨ ਕਰਨ ਵਾਲੇ ਮਨੁੱਖ ਨੂੰ ਆਪਾਂ ਕੀ ਬੋਲਦੇ ਹਾਂ? ਖਗੋਲ ਵਿਗਿਆਨੀ ਬੋਲਦੇ ਹਾਂ। ਜਿਹਦੇ ਵਿੱਚ ਅਸੀਂ ਅੱਜ ਕਲਪਨਾ ਚਾਵਲਾ ਦੀ ਗੱਲ ਕੀਤੀ ਸੀ ਵੀ ਕਲਪਨਾ ਚਾਵਲਾ ਭਾਰਤ ਦੀ ਜੰਪਲ ਸੀ ਤੇ ਅਮਰੀਕਾ ਦੇ USA ਦੇ ਨਾਸਾ ਦੇ ਵਿੱਚ ਜਾ ਕੇ ਉਹਨੇ ਜੌਬ ਕੀਤੀ, ਤਾਂ ਉਹ ਕੀ ਸੀ? ਇੱਕ ਖਗੋਲ ਵਿਗਿਆਨਕ ਸੀ। ਸੂਰਜ ਕੀ ਹੈ ਬੇਟਾ ਜੀ? ਯਾਦ ਰੱਖਣਾ ਇੱਕ ਤਾਰਾ ਹੈ ਜਿਹਦਾ ਆਪਣਾ ਪ੍ਰਕਾਸ਼, ਆਪਣੀ ਰੋਸ਼ਨੀ, ਆਪਣਾ ਤਾਪਮਾਨ ਹੈ। ਧਰਤੀ ਸੂਰਜ ਤੋਂ ਪ੍ਰਕਾਸ਼ ਲੈਂਦੀ ਹੈ, ਊਰਜਾ ਲੈਂਦੀ ਹੈ ਤੇ ਤਾਪਮਾਨ ਲੈਂਦੀ ਹੈ। ਸੋ ਜਿੰਨਾ ਖਗੋਲੀ ਜਾਂ ਆਕਾਸ਼ੀਆਂ ਪਿੰਡਾਂ ਦੀ ਆਪਣੀ ਰੋਸ਼ਨੀ ਹੁੰਦੀ ਹੈ ਇਹਨੂੰ ਅਸੀਂ ਤਾਰੇ ਆਖਦੇ ਹਾਂ। ਤਾਰੇ ਕੀ ਹੁੰਦੇ ਨੇ? ਅਜਿਹੀ ਖਗੋਲੀ ਪਿੰਡ ਜਾਂ ਆਕਾਸ਼ੀ ਪਿੰਡ ਜਿਨ੍ਹਾਂ ਦੀ ਆਪਣੀ ਰੋਸ਼ਨੀ ਹੁੰਦੀ ਹੈ, ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ ਬੇਟਾ ਜੀ? ਤਾਰੇ ਬੋਲਦੇ ਹਾਂ। ਸੂਰਜ ਦੀ ਰੋਸ਼ਨੀ ਧਰਤੀ ਤੇ 8 ਮਿੰਟਾਂ ਵਿੱਚ ਪਹੁੰਚ ਜਾਂਦੀ ਹੈ। ਆਪਾਂ ਕਰ ਚੁੱਕੇ ਹਾਂ। ਬੜਾ ਇੰਪੋਰਟੈਂਟ ਕੁਐਸਚਨ ਹੈ। ਸੂਰਜ ਦੀ ਰੋਸ਼ਨੀ ਨੂੰ ਧਰਤੀ ਤੇ ਪਹੁੰਚਣ ਲਈ ਕਿੰਨਾ ਸਮਾਂ ਲੱਗਦਾ ਹੈ? 8 ਮਿੰਟ ਦਾ ਸਮਾਂ ਲੱਗਦਾ ਹੈ। ਤਾਰਿਆਂ ਦੀ ਦੂਰੀ ਪ੍ਰਕਾਸ਼ ਸਾਲਾਂ ਵਿੱਚ ਮਾਪੀ ਜਾਂਦੀ ਹੈ। ਜਿਵੇਂ ਅਸੀਂ ਕਿਲੋਮੀਟਰਾਂ 'ਚ ਮਾਪਦੇ ਹਾਂ ਧਰਤੀ ਉੱਤੇ ਡਿਸਟੈਂਸ, ਉਸੇ ਤਰ੍ਹਾਂ ਜੇ ਤਾਰਿਆਂ ਦੀ ਦੂਰੀ ਅਸੀਂ ਮਾਪਣੀ ਹੋਵੇ ਉਹਦੇ ਵਾਸਤੇ ਅਸੀਂ ਕਿਹੜੀ ਇਕਾਈ ਦੀ ਯੂਜ਼ ਕਰਦੇ ਹਾਂ? ਪ੍ਰਕਾਸ਼ ਸਾਲ, ਲਾਈਟ ਈਅਰ। ਸੋ ਪਿਆਰੇ ਬੱਚਿਓ, ਮੈਨੂੰ ਉਮੀਦ ਹੈ ਵੀ ਜੋ ਅੱਜ ਅਸੀਂ ਪ੍ਰਿਥਵੀ ਦੇ ਸੂਰਜੀ ਪਰਿਵਾਰ ਨਾਲ ਸੰਬੰਧਿਤ ਕੁਝ ਕਨਸੈਪਟ ਪੜ੍ਹੇ ਨੇ, ਸ਼ਾਇਦ ਤੁਹਾਨੂੰ ਇੰਟਰਸਟਿੰਗ ਲੱਗੇ ਹੋਣਗੇ ਤੇ ਉਮੀਦ ਹੈ ਵੀ ਤੁਸੀਂ ਕਿਤਾਬ ਦੇ ਵਿੱਚੋਂ ਵੀ ਇਹਨਾਂ ਨੂੰ ਮੈਚ ਕਰਕੇ ਦੁਬਾਰਾ ਪੜ੍ਹ ਲਓਗੇ। ਵੀਡੀਓ ਨੂੰ 1-2 ਵਾਰ ਹੋਰ ਦੇਖ ਲਿਓ, ਤੁਹਾਨੂੰ ਹੋਰ ਚੰਗੀ ਤਰ੍ਹਾਂ ਇਹ ਸਮਝ ਆ ਜਾਊਗਾ। ਸੋ ਇਸੇ ਨੂੰ ਆਪਾਂ ਅਗਲੇ ਪਾਰਟ ਦੇ ਵਿੱਚ ਪੜ੍ਹਾਂਗੇ ਸੂਰਜ ਬਾਰੇ। ਇਸ ਤੋਂ ਮਗਰੋਂ ਆਪਾਂ ਸ਼ੁਰੂ ਕਰਾਂਗੇ ਤਾਰੇ, ਜਿਹਦੇ ਵਿੱਚ ਸੂਰਜ ਸਭ ਤੋਂ ਪਹਿਲਾਂ ਆਉਂਦਾ ਹੈ। ਸਾਡਾ ਸੂਰਜ ਦੀ ਹੋਂਦ ਕਿੱਥੋਂ ਬਣੀ, ਕਿਵੇਂ ਬਣਿਆ। ਸੋ ਮੈਨੂੰ ਉਮੀਦ ਹੈ ਤੁਸੀਂ ਅੱਜ ਦੇ ਲੈਕਚਰ ਨੂੰ ਬੜੇ ਧਿਆਨ ਨਾਲ ਸੁਣਿਆ ਹੋਊਗਾ, ਤੁਹਾਡੇ ਸਮਝ ਆ ਗਿਆ ਹੋਊਗਾ ਤੇ ਇਸ ਤੋਂ ਵੱਧ ਤੁਸੀਂ ਆਪਣੀ ਕਿਤਾਬਾਂ ਦੇ ਨਾਲ ਇਸ ਨੂੰ ਮੈਚ ਕਰਕੇ ਪੜ੍ਹ ਲੈਣਾ। ਆਪਣਾ ਧਿਆਨ ਰੱਖਣਾ। ਮਿਲਦੇ ਹਾਂ ਅਗਲੇ ਪਾਰਟ ਵਿੱਚ। ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ। ਥੈਂਕ ਯੂ।